ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮਿਲੀ USA ਟੀਵੀ। ਮੈਂ ਵਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਦੇ ਪਹਿਲਾਂ ਝੋਣਵੀਆਂ ਖਬਰਾਂ। ਟੋਰਾਂਟੋ ਤੋਂ ਅੰਮ੍ਰਿਤਸਰ ਲਈ ਜਲਦ ਸ਼ੁਰੂ ਹੋ ਸਕਦੀ ਹੈ ਸਿੱਧੀ ਫਲਾਈਟ। ਬਾਈਡਨ ਨੇ ਯੂਕਰੇਨ ਲਈ $40 ਬਿਲੀਅਨ ਦੇ ਸਹਾਇਤਾ ਪੈਕੇਜ ਨੂੰ ਦਿੱਤੀ ਮਨਜ਼ੂਰੀ। ਚੀਨ ਉੱਪਰ ਲਾਗੂ ਦਰਾਮਦ ਟੈਕਸ ਦਰਾਂ ਬਾਰੇ ਫੈਸਲਾ ਅਜੇ ਨਹੀਂ ਲਿਆ, ਮਾਮਲਾ ਵਿਚਾਰ ਅਧੀਨ। ਜੋ ਬਾਈਡਨ ਸੈਕਰਾਮੈਂਟੋ ਡਿਸਟ੍ਰਿਕਟ ਅਟਾਰਨੀ ਦੇ ਉਮੀਦਵਾਰ ਥੀਨ ਹੋ ਲਈ ਪੰਜਾਬੀਆਂ ਵੱਲੋਂ ਕੀਤਾ ਗਿਆ ਫੰਡ ਰੇਜ਼। ਦੁਨੀਆ ਦੀਆਂ 90 ਬੰਦਰਗਾਹਾਂ ਤੇ ਚੀਨ ਦਾ ਕਬਜ਼ਾ, ਅਮਰੀਕਾ ਆਸਟ੍ਰੇਲੀਆ ਦੀ ਵਧੀ ਚਿੰਤਾ। ਅਮਰੀਕਾ ਦੀ ਚੇਤਾਵਨੀ, ਲੰਬੀ ਜੰਗ ਦੀ ਤਿਆਰੀ ਵਿੱਚ ਨੇ ਪੁਤਿਨ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਟੋਰਾਂਟੋ ਤੋਂ ਅੰਮ੍ਰਿਤਸਰ ਲਈ ਜਲਦ ਹੀ ਸਿੱਧੀ ਫਲਾਈਟ ਸ਼ੁਰੂ ਹੋ ਸਕਦੀ ਹੈ, ਕਿਉਂਕਿ ਬਰੈਂਪਟਨ ਨਾਰਥ ਤੋਂ MP ਰੂਬੀ ਸਹੋਤਾ ਨੇ ਕੈਨੇਡਾ ਦੀ ਸੰਸਦ ਵਿੱਚ ਇਹ ਮੁੱਦਾ ਚੁੱਕਿਆ ਹੈ। ਉਹਨਾਂ ਨੇ ਕੈਨੇਡਾ ਤੋਂ ਭਾਰਤ, ਖਾਸ ਤੌਰ ਤੇ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਬਰੈਂਪਟਨ ਨਾਰਥ ਤੋਂ ਲਿਬਰਲ MP ਰੂਬੀ ਸਹੋਤਾ ਨੇ ਹਾਊਸ ਆਫ ਕਾਮਨਜ਼ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੇ ਹਲਕੇ ਬਰੈਂਪਟਨ ਨਾਰਥ ਅਤੇ ਕੈਨੇਡਾ ਭਰ ਵਿੱਚ ਵਸਦੇ ਪੰਜਾਬੀ ਕੈਨੇਡੀਅਨ ਲੰਬੇ ਚਿਰ ਤੋਂ ਇਹ ਮੰਗ ਕਰਦੇ ਆ ਰਹੇ ਨੇ ਕਿ ਕੈਨੇਡਾ ਤੋਂ ਭਾਰਤ ਲਈ ਸਿੱਧੀਆਂ ਉਡਾਣਾਂ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਵੱਲੋਂ ਖਾਸ ਤੌਰ ਤੇ ਟੋਰਾਂਟੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ $40 ਬਿਲੀਅਨ ਦੀ ਸਹਾਇਤਾ ਦੇਣ ਦੇ ਪ੍ਰਸਤਾਵ ਤੇ ਹਸਤਾਖਰ ਕਰਕੇ ਮਨਜ਼ੂਰੀ ਦੇ ਦਿੱਤੀ ਹੈ। ਯੂਕਰੇਨ ਤੇ ਰੂਸ ਦੇ ਹਮਲੇ ਖਿਲਾਫ ਅਮਰੀਕਾ ਇੱਕ ਸੰਯੁਕਤ ਮੋਰਚਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੀ ਉਧਾਰ ਦੇਣ ਦੀ ਇਸ ਨੀਤੀ ਨੇ ਦੂਜੇ ਵਿਸ਼ਵ ਯੁੱਧ ਵਿੱਚ ਨਾਜ਼ੀ ਜਰਮਨੀ ਨੂੰ ਹਰਾਉਣ ਵਿੱਚ ਮਦਦ ਕੀਤੀ ਸੀ। ਯੂਕਰੇਨ ਨੂੰ ਦਿੱਤੀ ਜਾਣ ਵਾਲੀ ਇਸ ਵਿੱਤੀ ਸਹਾਇਤਾ ਨੂੰ ਅਮਰੀਕਾ ਦੀਆਂ ਰਿਪਬਲਿਕਨ ਅਤੇ ਡੈਮੋਕ੍ਰੈਟਿਕ ਪਾਰਟੀਆਂ ਨੇਤਾਵਾਂ ਨੇ ਮਨਜ਼ੂਰੀ ਦਿੱਤੀ ਹੈ। ਅਮਰੀਕੀ ਕਾਂਗਰਸ ਨੇ ਰੂਸ ਵਿਰੁੱਧ ਜੰਗ ਲੜਨ ਲਈ ਯੂਕਰੇਨ ਨੂੰ ਅਰਬਾਂ ਡਾਲਰ ਦੀ ਸਹਾਇਤਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਮਰੀਕਾ ਵੱਲੋਂ ਯੂਕਰੇਨ ਨੂੰ $40 ਬਿਲੀਅਨ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਹਾਲਾਂਕਿ ਰਾਸ਼ਟਰਪਤੀ ਬਾਈਡਨ ਨੇ ਕਾਂਗਰਸ ਨੂੰ $33 ਬਿਲੀਅਨ ਦੀ ਰਕਮ ਪ੍ਰਦਾਨ ਕਰਨ ਦੀ ਬੇਨਤੀ ਕੀਤੀ। ਅਮਰੀਕਾ ਦੇ ਇਸ ਕਦਮ ਨੂੰ 9 ਮਈ ਨੂੰ ਵਿਜੇ ਦਿਵਸ ਪਰੇਡ ਦੌਰਾਨ ਰੂਸ ਵੱਲੋਂ ਤਾਕਤ ਦੇ ਪ੍ਰਦਰਸ਼ਨ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 9 ਮਈ 1945 ਨੂੰ ਜਰਮਨੀ ਨੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ ਸੀ। ਬਾਈਡਨ ਨੇ ਮਤੇ ਤੇ ਦਸਤਖਤ ਕਰਨ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਕਿ ਸਹਾਇਤਾ ਯੁੱਧ ਦੇ ਮੈਦਾਨ ਵਿੱਚ ਯੂਕਰੇਨ ਦੀ ਸਫਲਤਾ ਲਈ ਬਹੁਤ ਮਹੱਤਵਪੂਰਨ ਹੈ। ਬਾਈਡਨ ਨੇ ਅੱਗੇ ਕਿਹਾ ਕਿ ਸੰਸਦ ਨੂੰ 10 ਦਿਨਾਂ ਦੇ ਅੰਦਰ ਅਗਲੇ ਯੂਕਰੇਨੀ ਸਹਾਇਤਾ ਪੈਕੇਜ ਨੂੰ ਮਨਜ਼ੂਰੀ ਦੇਣੀ ਚਾਹੀਦੀ ਹੈ ਤਾਂ ਜੋ ਯੂਕਰੇਨ ਨੂੰ ਯੁੱਧ ਲੜਨ ਵਿੱਚ ਸਹਾਇਤਾ ਲਈ ਭੇਜੇ ਜਾ ਰਹੇ ਫੌਜੀ ਉਪਕਰਨਾਂ ਦੀ ਸਪਲਾਈ ਵਿੱਚ ਕਿਸੇ ਵੀ ਵਿਘਨ ਤੋਂ ਬਚਾਇਆ ਜਾ ਸਕੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼ ਸਮਾਨ ਉੱਪਰ ਲਾਗੂ ਕੀਤੀਆਂ ਦਰਾਮਦ ਟੈਕਸ ਦਰਾਂ ਦੇ ਭਵਿੱਖ ਸੰਬੰਧੀ ਨਿਰਣਾ ਵਿਚਾਰ ਅਧੀਨ ਹੈ, ਪਰੰਤੂ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਰਾਸ਼ਟਰਪਤੀ ਨੇ ਇਹ ਬਿਆਨ ਕੁਝ ਆਰਥਿਕ ਮਾਹਿਰਾਂ ਵੱਲੋਂ ਮਹਿੰਗਾਈ ਘੱਟ ਕਰਨ ਲਈ ਦਰਾਮਦ ਉੱਪਰ ਲਾਗੂ ਟੈਕਸ ਦਰਾਂ ਖਤਮ ਕਰਨ ਦੇ ਸੁਝਾਅ ਤੋਂ ਬਾਅਦ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਲਈ ਜੋ ਵੀ ਫੈਸਲਾ ਉਚਿਤ ਹੋਏਗਾ ਉਹ ਲਿਆ ਜਾਏਗਾ। ਇੱਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ਤੇ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਚੀਨ ਦੇ ਸਾਜ਼ ਸਮਾਨ ਉੱਪਰ ਲਾਗੂ ਟੈਰਿਫ ਵਾਪਸ ਲਏ ਜਾਣਗੇ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮੇਂ ਇਹ ਮੁੱਦਾ ਵਿਚਾਰ ਅਧੀਨ ਹੈ ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਇਸ ਸੰਬੰਧੀ ਕਿਸ ਕਿਸਮ ਦਾ ਨਿਰਣਾ ਸਾਡੇ ਲਈ ਹਾਂ ਪੱਖੀ ਹੋਏਗਾ। ਦਰਾਂ ਘੱਟ ਕਰਨ ਜਾਂ ਖਤਮ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਹੈ ਤੇ ਮੈਂ ਕਹਿ ਚੁੱਕਾ ਹਾਂ ਕਿ ਅਜੇ ਮੈਂ ਕੋਈ ਵੀ ਨਿਰਣਾ ਨਹੀਂ ਲਿਆ ਹੈ ਤੇ ਮਾਮਲੇ ਉੱਪਰ ਵਿਚਾਰ ਕਰ ਰਿਹਾ ਹਾਂ। ਇੱਥੇ ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਬਾਈਡਨ ਪ੍ਰਸ਼ਾਸਨ ਨੇ ਚੀਨ ਦੇ ਸਾਜ਼ ਸਮਾਨ ਉੱਪਰ ਪਿਛਲੇ 4 ਸਾਲਾਂ ਤੋਂ ਲਾਗੂ ਟੈਕਸ ਦਰਾਂ ਬਾਰੇ ਵਿਸ਼ਲੇਸ਼ਣ ਦੀ ਸ਼ੁਰੂਆਤ ਕੀਤੀ ਸੀ, ਪਰੰਤੂ ਅਜੇ ਤੱਕ ਅਧਿਕਾਰੀਆਂ ਨੇ ਟੈਕਸ ਦਰਾਂ ਖਤਮ ਕਰਨ ਜਾਂ ਘੱਟ ਕਰਨ ਸੰਬੰਧੀ ਕੋਈ ਸੰਕੇਤ ਨਹੀਂ ਦਿੱਤਾ। ਮਾਰਚ ਵਿੱਚ ਬਾਈਡਨ ਪ੍ਰਸ਼ਾਸਨ ਨੇ ਚੀਨੀ ਦਰਾਮਦ ਉੱਪਰ ਲਾਗੂ ਕੁਝ ਟੈਕਸ ਦਰਾਂ ਘਟਾਈਆਂ ਸੀ, ਪਰ ਅਜੇ ਵੀ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼ ਸਮਾਨ ਉੱਪਰ ਲਾਗੂ ਟੈਕਸ ਦਰਾਂ ਉਸੇ ਤਰ੍ਹਾਂ ਜਾਰੀ ਨੇ। ਅਮਰੀਕਾ ਚੀਨ ਕੋਲ ਹਰ ਸਾਲ $350 ਅਰਬ ਦੇ ਮੁੱਲ ਦਾ ਸਾਜ਼ ਸਮਾਨ ਮੰਗਵਾਉਂਦਾ ਹੈ। 2020 ਵਿੱਚ ਅਮਰੀਕਾ ਤੇ ਚੀਨ ਦਰਾਮਦ ਉੱਪਰ ਨਵਾਂ ਟੈਕਸ ਲਾਗੂ ਨਾ ਕਰਨ ਲਈ ਸਹਿਮਤ ਹੋਏ ਸੀ। ਬੀਜਿੰਗ ਇਸ ਗੱਲ ਲਈ ਵੀ ਸਹਿਮਤ ਹੋਇਆ ਸੀ ਕਿ ਉਹ ਅਮਰੀਕਾ ਤੋਂ ਸਾਜ਼ ਸਮਾਨ ਤੇ ਕੁਝ ਖੇਤੀਬਾੜੀ ਉਤਪਾਦਨਾਂ ਦੀ ਖਰੀਦ ਕਰੇਗਾ, ਪਰ ਉਸਨੇ ਅਮਰੀਕਾ ਤੋਂ ਨਿਰਧਾਰਤ ਟੀਚੇ ਤੋਂ ਬਹੁਤ ਘੱਟ ਦਰਾਮਦ ਕੀਤੀ ਹੈ। ਇਸ ਦੌਰਾਨ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਉੱਪਰ ਲਾਗੂ ਪਾਬੰਦੀਆਂ ਨੂੰ ਖਤਮ ਕਰਨ ਬਾਰੇ ਮੁਲਾਂਕਣ ਕੀਤਾ ਜਾ ਰਿਹਾ ਹੈ।
ਕੈਲੀਫੋਰਨੀਆ ਵਿੱਚ 7 ਜੂਨ ਨੂੰ ਵੱਖ-ਵੱਖ ਅਹੁਦਿਆਂ ਲਈ ਚੋਣਾਂ ਹੋਣ ਜਾ ਰਹੀਆਂ ਹਨ। ਸਿੱਖ ਭਾਈਚਾਰੇ ਵੱਲੋਂ ਇਸ ਵਾਰ ਇਹਨਾਂ ਚੋਣਾਂ ਵਿੱਚ ਵੱਧ ਚੜ੍ਹ ਕੇ ਆਪੋ ਆਪਣੇ ਉਮੀਦਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੈਕਰਾਮੈਂਟੋ ਡਿਸਟ੍ਰਿਕਟ ਅਟਾਰਨੀ ਲਈ ਚੋਣ ਲੜ ਰਹੇ ਉਮੀਦਵਾਰ ਥੀਨ ਹੋ ਲਈ ਵੀ ਸਿੱਖ ਭਾਈਚਾਰੇ ਵੱਲੋਂ ਇੱਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਮਾਊਂਟੇਨ ਮਾਈਕ ਪੀਜ਼ਾ ਨੋਟੋਮਸ ਵਿਖੇ ਹੋਏ ਇਸ ਫੰਡ ਰੇਜ਼ ਸਮਾਗਮ ਵਿੱਚ ਸੈਕਰਾਮੈਂਟੋ ਅਤੇ ਨਾਲ ਲੱਗਦੇ ਇਲਾਕਿਆਂ ਚੋਂ ਆ ਕੇ ਸਿੱਖ ਭਾਈਚਾਰੇ ਦੇ ਆਗੂਆਂ ਨੇ ਹਿੱਸਾ ਲਿਆ ਤੇ ਵੱਧ ਚੜ੍ਹ ਕੇ ਉਮੀਦਵਾਰ ਥੀਨ ਹੋ ਦੀ ਮਦਦ ਕਰਨ ਲਈ ਆਪੋ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਥੀਨ ਹੋ ਨੇ ਦੱਸਿਆ ਕਿ ਮੈਂ ਸਿੱਖ ਭਾਈਚਾਰੇ ਨੂੰ ਬੜੇ ਨੇੜਿਓਂ ਹੋ ਕੇ ਦੇਖਿਆ ਹੈ ਅਤੇ ਸਿੱਖਾਂ ਬਾਰੇ ਚੰਗੀ ਤਰ੍ਹਾਂ ਜਾਣੂ ਹਾਂ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਮੈਂ ਚੋਣਾਂ ਜਿੱਤਣ ਤੋਂ ਬਾਅਦ ਸਿੱਖਾਂ ਦੀ ਹਰ ਔਖੀ ਘੜੀ ਮੌਕੇ ਸਾਥ ਦਿਆਂਗਾ। ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੁਲਿੰਦਰ ਗਿੱਲ, ਜਸ ਹੁੰਦਲ, ਅਮਰੀਕ ਸਿੰਘ, ਸ਼ਾਨ ਗਿੱਲ, ਗੁਰਮੇਸ਼ ਗਿੱਲ, ਗੁਰਦੀਪ ਗਿੱਲ, ਗੁਰਨਾਮ ਸਿੰਘ ਪੰਮਾ, ਜਸਮੇਲ ਸਿੰਘ ਚਿੱਟੀ, ਜਸਪ੍ਰੀਤ ਸਿੰਘ ਢਿੱਲੋਂ, ਐਂਡੀ ਸੰਧੂ, ਮੋਨੂ ਸੰਧੂ, ਸੁਖਵਿੰਦਰ ਸਿੰਘ, ਬਲਵਿੰਦਰ ਡਲੂਕ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ। ਗੁਰਜਤਿੰਦਰ ਸਿੰਘ ਰੰਧਾਵਾ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਥੀਨ ਹੋ ਦੇ ਮੁਕਾਬਲੇ ਇੱਕ ਹੋਰ ਉਮੀਦਵਾਰ ਇਲਾਨਾ ਮੈਥਿਊਜ਼ ਵੀ ਚੋਣ ਮੈਦਾਨ ਵਿੱਚ ਹੈ। ਚੀਨ ਏਸ਼ੀਆ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਤੇਜ਼ੀ ਨਾਲ ਆਪਣੀ ਮਿਲਟਰੀ ਤਾਕਤ ਵਧਾ ਰਿਹਾ ਹੈ। ਹਾਲ ਹੀ ਵਿੱਚ ਪ੍ਰਸ਼ਾਂਤ ਮਹਾਸਾਗਰ ਦੇ ਛੋਟੇ ਜਿਹੇ ਟਾਪੂ ਦੇਸ਼ ਸੋਲਮਨ ਵਿੱਚ ਚੀਨ ਦੇ ਮਿਲਟਰੀ ਬੇਸ ਬਣਾਏ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਨਾਲ ਅਮਰੀਕਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਚਿੰਤਾ ਵੱਧ ਗਈ ਹੈ। ਸੋਲਮਨ ਟਾਪੂ ਤੋਂ ਨਿਕਲਣ ਵਾਲੀ ਇਗਵਾਲਡ ਕੈਨਾਲ ਪ੍ਰਸ਼ਾਂਤ ਮਹਾਸਾਗਰ ਤੋਂ ਆਸਟ੍ਰੇਲੀਆ ਹੁੰਦੇ ਹੋਏ ਨਿਊਜ਼ੀਲੈਂਡ ਤੱਕ ਪਹੁੰਚਦੀ ਹੈ। ਇਹੀ ਕਾਰਨ ਹੈ ਕਿ ਅਮਰੀਕਾ ਅਤੇ ਬ੍ਰਿਟੇਨ ਨੇ ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। 27 ਅਪ੍ਰੈਲ ਨੂੰ ਆਸਟ੍ਰੇਲੀਆ ਦੇ ਇੱਕ ਮੰਤਰੀ ਨੇ ਚੀਨ ਵੱਲੋਂ ਸੋਲਮਨ ਵਿੱਚ ਚੀਨੀ ਫੌਜ ਭੇਜਣ ਦੀ ਸੰਭਾਵਨਾ ਜ਼ਾਹਿਰ ਕੀਤੀ। ਚੀਨ ਨੇ ਪੂਰੀ ਯੋਜਨਾ ਦੇ ਤਹਿਤ ਸੋਲਮਨ ਟਾਪੂ ਤੇ ਮਿਲਟਰੀ ਬੇਸ ਬਣਾਇਆ। ਸੋਲਮਨ ਟਾਪੂ ਦੀ ਆਬਾਦੀ 6,87,000 ਹੈ। ਚੀਨ ਕੋਲ ਘੋਸ਼ਿਤ ਤੌਰ ਤੇ ਅਫਰੀਕਾ ਵਿੱਚ ਇੱਕ ਮਿਲਟਰੀ ਅੱਡਾ ਜਿਬੂਤੀ ਹੈ। ਅਮਰੀਕਾ ਦੀ ਖੁਫੀਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਵਿੱਚ ਲੰਬੀ ਜੰਗ ਦੀ ਤਿਆਰੀ ਕਰ ਰਹੇ ਨੇ। BBC ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਐਵਰਲ ਹਿੰਸ ਨੇ ਕਿਹਾ ਕਿ ਯੂਕਰੇਨ ਦੇ ਪੂਰਬੀ ਹਿੱਸੇ ਵਿੱਚ ਰੂਸ ਦੀ ਜਿੱਤ ਵੀ ਸੰਭਾਵਿਤ ਤੌਰ ਤੇ ਸੰਘਰਸ਼ ਨੂੰ ਖਤਮ ਨਹੀਂ ਕਰ ਸਕਦੀ। ਪੂਰਬੀ ਹਿੱਸੇ ਵਿੱਚ ਭਿਆਨਕ ਲੜਾਈ ਜਾਰੀ ਹੈ ਜਿੱਥੇ ਰੂਸ ਖੇਤਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਮਾਸਕੋ ਨੇ ਹੁਣ ਆਪਣਾ ਧਿਆਨ ਡੋਨਬਾਸ ਖੇਤਰ ਤੇ ਕਬਜ਼ਾ ਕਰਨ ਤੇ ਕੇਂਦਰਿਤ ਕਰ ਲਿਆ ਹੈ। ਹਿੰਸ ਨੇ ਮੰਗਲਵਾਰ ਨੂੰ ਅਮਰੀਕੀ ਸੈਨੇਟ ਦੀ ਇੱਕ ਕਮੇਟੀ ਦੀ ਸੁਣਵਾਈ ਵਿੱਚ ਦੱਸਿਆ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਡੋਨਬਾਸ ਤੋਂ ਇਲਾਵਾ ਹੋਰ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇਰਾਦਾ ਰੱਖਦੇ ਨੇ, ਪਰ ਉਹ ਆਪਣੀਆਂ ਇੱਛਾਵਾਂ ਅਤੇ ਰੂਸ ਦੀਆਂ ਮੌਜੂਦਾ ਰਵਾਇਤੀ ਫੌਜੀ ਸਮਰੱਥਾਵਾਂ ਵਿਚਕਾਰ ਮੇਲ ਨਹੀਂ ਬਣਾ ਪਾ ਰਹੇ ਨੇ। ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਸੰਭਵ ਤੌਰ ਤੇ ਯੂਕਰੇਨ ਲਈ ਅਮਰੀਕਾ ਤੇ ਯੂਰੋਪੀਅਨ ਯੂਨੀਅਨ ਦੇ ਸਮਰਥਨ ਤੇ ਭਰੋਸਾ ਕਰ ਰਹੇ ਸਨ ਕਿਉਂਕਿ ਮਹਿੰਗਾਈ, ਭੋਜਨ ਦੀ ਕਮੀ ਅਤੇ ਊਰਜਾ ਪ੍ਰਣਾਲੀ ਵਿਗੜ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਹਾਲਾਤ ਰੂਸੀ ਰਾਸ਼ਟਰਪਤੀ ਨੂੰ ਜੰਗ ਨੂੰ ਹੋਰ ਅੱਗੇ ਲਿਜਾਣ ਲਈ ਮਜਬੂਰ ਕਰਨਗੇ। ਟੈਸਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਮਸਕ ਨੇ ਕਿਹਾ ਹੈ ਕਿ ਉਹ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟਵਿੱਟਰ ਤੇ ਸਥਾਈ ਪਾਬੰਦੀ ਨੂੰ ਵਾਪਸ ਲੈ ਲਏਗੇ। ਮਾਸਕ ਜੋ ਟਵਿੱਟਰ ਦੀ ਪ੍ਰਾਪਤੀ ਯੋਜਨਾ ਨੂੰ ਲਾਗੂ ਕਰ ਰਿਹਾ ਹੈ ਨੇ ਵੀਡੀਓ ਕਾਨਫਰੰਸ ਰਾਹੀਂ ਕਾਰਾਂ ਦੇ ਭਵਿੱਖ ਬਾਰੇ ਇੱਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਟੈਸਲਾ ਦੇ ਮੁੱਖ ਕਾਰਜਕਾਰੀ ਮਸਕ ਨੇ ਟਵਿੱਟਰ ਨੂੰ ਖਰੀਦਣ ਤੋਂ ਬਾਅਦ ਹੀ ਆਪਣੇ ਆਪ ਨੂੰ ਫ੍ਰੀ ਸਪੀਚ ਦਾ ਸਮਰਥਕ ਦੱਸਿਆ। ਉਸਨੇ ਟਵਿੱਟਰ ਨੂੰ ਖਰੀਦਣ ਲਈ $44 ਬਿਲੀਅਨ ਦੇ ਸੌਦੇ ਤੇ ਦਸਤਖਤ ਕੀਤੇ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਟਵਿੱਟਰ ਦੀ ਖਰੀਦਦਾਰੀ ਪੂਰੀ ਕਰਨ ਤੋਂ ਬਾਅਦ ਉਹ ਕੰਪਨੀ ਦੇ ਸਥਾਈ CEO ਦਾ ਅਹੁਦਾ ਸੰਭਾਲਣਗੇ। ਮਾਈਕਰੋਸਾਫਟ ਦੇ ਸਹਿ ਸੰਸਥਾਪਕ ਬਿਲ ਗੇਟਸ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਨੇ ਅਤੇ ਉਹਨਾਂ ਵਿੱਚ ਸੰਕਰਮਣ ਦੇ ਹਲਕੇ ਲੱਛਣ ਨੇ। ਬਿਲ ਗੇਟਸ ਨੇ ਟਵਿੱਟਰ ਤੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਣ ਤੱਕ ਆਈਸੋਲੇਸ਼ਨ ਵਿੱਚ ਰਹਿਣਗੇ। ਗੇਟਸ ਨੇ ਲਿਖਿਆ, ਮੈਂ ਖੁਸ਼ਕਿਸਮਤ ਹਾਂ ਕਿ ਮੈਂ ਕੋਵਿਡ-19 ਰੋਕੂ ਵੈਕਸੀਨ ਦੀ ਬੂਸਟਰ ਖੁਰਾਕ ਵੀ ਲੈ ਲਈ ਹੈ ਅਤੇ ਬਿਹਤਰ ਡਾਕਟਰੀ ਸੇਵਾ ਦਾ ਲਾਭ ਲੈ ਸਕਦਾ ਹਾਂ। ਸਿਐਟਲ ਸਥਿਤ ਬਿਲ ਐਂਡ ਮੈਲਿੰਡਾ ਗੇਟਸ ਫਾਊਂਡੇਸ਼ਨ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਨਿੱਜੀ ਫਾਊਂਡੇਸ਼ਨ ਹੈ ਜਿਸ ਕੋਲ ਲਗਭਗ $65 ਅਰਬ ਦਾ ਫੰਡ ਹੈ। ਅਲ ਸਲਵਾਡੋਰ ਦੀ ਅਦਾਲਤ ਨੇ ਇੱਕ ਔਰਤ ਨੂੰ ਗਰਭਪਾਤ ਕਰਵਾਉਣ ਦੇ ਦੋਸ਼ ਵਿੱਚ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਔਰਤ ਦਾ ਬਚਾਅ ਕਰਨ ਵਿੱਚ ਮਦਦ ਕਰਨ ਵਾਲੇ ਇੱਕ ਗੈਰ ਸਰਕਾਰੀ ਸੰਗਠਨ ਸਿਟੀਜ਼ਨ ਗਰੁੱਪ ਫਾਰ ਦਾ ਡੀਕ੍ਰਿਮੀਨਲਾਈਜੇਸ਼ਨ ਆਫ ਅਬੋਰਸ਼ਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਔਰਤ ਨੇ ਡਿਲੀਵਰੀ ਸੰਬੰਧੀ ਐਮਰਜੈਂਸੀ ਸਥਿਤੀ ਕਾਰਨ ਗਰਭਪਾਤ ਕਰਵਾਇਆ ਸੀ। ਸੰਗਠਨ ਨੇ ਇਸ ਔਰਤ ਦਾ ਨਾਮ ਐਸਮੀ ਰੱਖਿਆ ਹੈ ਜਿਸ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਸਮੂਹ ਨੇ ਕਿਹਾ ਕਿ ਜੱਜ ਪੱਖਪਾਤੀ ਸੀ। ਉਸਨੇ ਅਟਾਰਨੀ ਜਨਰਲ ਦੇ ਦਫ਼ਤਰ ਦੁਆਰਾ ਪੇਸ਼ ਕੀਤੇ ਗਏ ਸੰਕਰਮਣ ਵੱਲ ਵਧੇਰੇ ਧਿਆਨ ਦਿੱਤਾ ਜੋ ਪੱਖਪਾਤ ਅਤੇ ਰੂੜੀਵਾਦੀ ਸੋਚ ਨਾਲ ਭਰਿਆ ਹੋਇਆ ਸੀ। ਸੰਗਠਨ ਨੇ ਕਿਹਾ ਕਿ ਉਹ ਫੈਸਲੇ ਖਿਲਾਫ ਅਪੀਲ ਕਰਨਗੇ।
ਇੱਕ ਲੇਖ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫਾਰਮਾਸਿਊਟੀਕਲ ਕੰਪਨੀ ਫਾਈਜ਼ਰ ਦੇ ਉਪ ਪ੍ਰਧਾਨ ਰੈਡੀ ਜੌਨਸਨ ਨੂੰ ਕੋਵਿਡ-19 ਵੈਕਸੀਨ ਨਾਲ ਸੰਬੰਧਿਤ ਦਸਤਾਵੇਜ਼ਾਂ ਦੇ ਜਾਰੀ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ ਨੂੰ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਹਾਲਾਂਕਿ ਕਹਾਣੀ ਵੈਨਕੂਵਰ ਟਾਈਮਜ਼ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ, ਜੋ ਇੱਕ ਵਿਅੰਗ ਕਰਨ ਵਾਲੀ ਵੈਬਸਾਈਟ ਹੈ। ਫਾਈਜ਼ਰ ਨੂੰ ਕੋਵਿਡ-19 ਮਹਾਮਾਰੀ ਅਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਹੋਰ ਵੀ ਗਲਤ ਜਾਣਕਾਰੀ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਹੈ। ਇਸ ਦੇ CEO ਅਲਬਰਟ ਬੋਰਲਾ ਨੂੰ ਵੀ ਪਹਿਲਾਂ ਦਾਅਵਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ ਕਿ ਉਸ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਹ ਵੀ ਕਿ ਉਸ ਨੇ ਖੁਦ ਕੋਵਿਡ-19 ਟੀਕਾ ਨਹੀਂ ਲਿਆ ਸੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਇੱਕ ਰਿਪੋਰਟ ਜਾਰੀ ਕੀਤੀ ਹੈ। ਯੂਕਰੇਨ ਲਈ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਨਿਗਰਾਨ ਮਿਸ਼ਨ ਦੇ ਮੁਖੀ ਨੇ ਮੰਗਲਵਾਰ ਨੂੰ ਕਿਹਾ ਕਿ ਯੁੱਧ ਕਾਰਨ ਹੋਈਆਂ ਮੌਤਾਂ ਦੇ ਅਧਿਕਾਰਤ ਅੰਕੜੇ ਅੱਧ ਸੱਚ ਨੇ। ਦਰਅਸਲ ਅਧਿਕਾਰਤ ਅੰਕੜਿਆਂ ਮੁਤਾਬਕ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੌਰਾਨ 3381 ਨਾਗਰਿਕ ਮਾਰੇ ਜਾ ਚੁੱਕੇ ਨੇ। ਯੂਕਰੇਨ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਨਿਗਰਾਨੀ ਮਿਸ਼ਨ ਦੀ ਮੁਖੀ ਮਾਟਿਲਡਾ ਬੌਗਨਰ ਨੇ ਇੱਕ ਪ੍ਰੈਸ ਬਰੀਫਿੰਗ ਵਿੱਚ ਕਿਹਾ ਕਿ ਅਸੀਂ ਇਸ ਸਮੇਂ ਮਰਨ ਵਾਲਿਆਂ ਦੀ ਗਿਣਤੀ ਦਾ ਅੰਦਾਜ਼ਾ ਲਗਾ ਰਹੇ ਹਾਂ, ਪਰ ਮੈਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਕਿ ਅਸੀਂ ਤੁਹਾਨੂੰ ਮੌਤ ਦੇ ਅਧਿਕਾਰਤ ਅੰਕੜਿਆਂ ਤੋਂ ਲਗਭਗ ਹਜ਼ਾਰਾਂ ਤੋਂ ਵੱਧ ਦੱਸਿਆ ਹੈ। ਲੋਕ ਜੰਗ ਵਿੱਚ ਮਾਰੇ ਗਏ ਨੇ। ਉਹਨਾਂ ਨੇ ਅੱਗੇ ਕਿਹਾ ਕਿ ਮਾਰੀਓਪੋਲ ਸ਼ਹਿਰ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਦਾ ਅੰਕੜਾ ਦੱਸਣਾ ਬਹੁਤ ਮੁਸ਼ਕਿਲ ਹੈ। ਸੰਯੁਕਤ ਰਾਸ਼ਟਰ ਦੀ ਟੀਮ ਜਿਸ ਵਿੱਚ ਯੂਕਰੇਨ ਵਿੱਚ 55 ਮੋਨੀਟਰ ਸ਼ਾਮਲ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਮਿਜ਼ਾਈਲਾਂ ਅਤੇ ਹਵਾਈ ਹਮਲੇ ਵਰਗੇ ਵਿਆਪਕ ਪ੍ਰਭਾਵ ਵਾਲੇ ਵਿਸਫੋਟਕ ਹਥਿਆਰਾਂ ਦੀ ਵਰਤੋਂ ਕਾਰਨ ਹੋਈਆਂ ਨੇ। ਯੂਕਰੇਨ ਦੇ ਮਹੱਤਵਪੂਰਨ ਕਾਲੇ ਸਾਗਰ ਬੰਦਰਗਾਹ ਓਡੇਸਾ ਤੇ ਬਾਰ-ਬਾਰ ਮਿਜ਼ਾਈਲ ਹਮਲੇ ਹੋਏ ਨੇ। ਇਸ ਹਮਲੇ ਵਿੱਚ ਕੁਝ ਹਾਈਪਰਸੋਨਿਕ ਮਿਜ਼ਾਈਲਾਂ ਵੀ ਸ਼ਾਮਲ ਨੇ। ਇਸ ਦੌਰਾਨ ਯੂਕਰੇਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਾਰਚ ਵਿੱਚ ਰੂਸ ਵੱਲੋਂ ਤਬਾਹ ਕੀਤੀ ਗਈ ਇਮਾਰਤ ਦੇ ਮਲਬੇ ਵਿੱਚੋਂ 44 ਨਾਗਰਿਕਾਂ ਦੀਆਂ ਲਾਸ਼ਾਂ ਮਿਲੀਆਂ ਨੇ। ਖਾਰਕਿਵ ਦੇ ਖੇਤਰੀ ਪ੍ਰਸ਼ਾਸਨ ਦੇ ਮੁਖੀ ਓਲੇ ਸਨੇਹੂਬੋ ਨੇ ਕਿਹਾ ਕਿ ਖਾਰਕਿਵ ਖੇਤਰ ਦੇ ਇਜ਼ਿਊਮ ਵਿੱਚ ਢਹਿ-ਢੇਰੀ ਹੋਈ 5 ਮੰਜ਼ਿਲਾ ਇਮਾਰਤ ਦੇ ਅੰਦਰ ਨਾਗਰਿਕ ਸਨ। ਉਹਨਾਂ ਨੇ ਸੋਸ਼ਲ ਮੀਡੀਆ ਸੰਦੇਸ਼ ਵਿੱਚ ਮੌਤਾਂ ਦਾ ਐਲਾਨ ਕਰਦੇ ਹੋਏ ਕਿਹਾ, ਇਹ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਰੂਸੀ ਫੌਜ ਦਾ ਹਮਲਾ ਭਿਆਨਕ ਜੰਗੀ ਅਪਰਾਧ ਹੈ। ਇਜ਼ਿਊਮ ਪੂਰਬੀ ਯੂਕਰੇਨ ਦਾ ਇੱਕ ਸ਼ਹਿਰ ਹੈ ਜੋ ਰੂਸੀ ਫੌਜ ਦਾ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਹੈ। ਯੂਕਰੇਨੀ ਫੌਜ ਦੇ ਅਨੁਸਾਰ ਰੂਸੀ ਫੌਜ ਨੇ ਓਡੇਸਾ ਵਿੱਚ ਹਵਾ ਤੋਂ 7 ਮਿਜ਼ਾਈਲਾਂ ਦਾਗੀਆਂ, ਇੱਕ ਸ਼ਾਪਿੰਗ ਸੈਂਟਰ ਅਤੇ ਇੱਕ ਗੋਦਾਮ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਦਿੰਦੇ ਹੋਏ ਫੌਜ ਨੇ ਦੱਸਿਆ ਕਿ ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ 5 ਜ਼ਖਮੀ ਹੋ ਗਏ। ਇੱਕ ਰੂਸੀ ਸੁਪਰਸੋਨਿਕ ਬੰਬਾਰ ਨੇ 3 ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ। ਸੈਂਟਰ ਫਾਰ ਡਿਫੈਂਸ ਸਟ੍ਰੈਟੇਜੀਜ਼ ਇੱਕ ਯੂਕਰੇਨੀ ਥਿੰਕ ਟੈਂਕ ਦੇ ਅਨੁਸਾਰ ਯੁੱਧ ਨੂੰ ਟਰੈਕ ਕਰ ਰਿਹਾ ਹੈ। ਯੂਕਰੇਨੀ, ਬ੍ਰਿਟਿਸ਼ ਅਤੇ ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਖਤਰਨਾਕ ਅਤੇ ਸ਼ੁੱਧ ਹਥਿਆਰਾਂ ਦੇ ਭੰਡਾਰ ਨੂੰ ਵਧਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਵਧੇਰੀ ਨਾਗਰਿਕ ਮੌਤਾਂ ਅਤੇ ਹੋਰ ਸੰਪਤੀ ਨੁਕਸਾਨ ਹੋ ਸਕਦਾ ਹੈ। ਯੂਕਰੇਨ ਦੀ ਫੌਜ ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਰੂਸ ਦੇਸ਼ ਦੇ ਰਸਾਇਣਕ ਉਦਯੋਗਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੁਤਿਨ ਲੰਬੇ ਸਮੇਂ ਤੋਂ ਸਾਬਕਾ ਸੋਵੀਅਤ ਗਣਰਾਜਾਂ ਵਿੱਚ ਨਾਟੋ ਨੂੰ ਧਮਕੀਆਂ ਦਿੰਦਾ ਆ ਰਿਹਾ ਹੈ। ਹਾਲਾਂਕਿ ਯੂਕਰੇਨ ਅਤੇ ਇਸ ਦੇ ਪੱਛਮੀ ਸਹਿਯੋਗੀਆਂ ਨੇ ਦੇਸ਼ ਲਈ ਕਿਸੇ ਵੀ ਖਤਰੇ ਤੋਂ ਇਨਕਾਰ ਕੀਤਾ ਹੈ। ਪੁਤਿਨ ਨੇ ਕਿਹਾ ਹੈ ਕਿ ਖਤਰਾ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਰੂਸ ਨੇ ਇਸ ਹਮਲੇ ਦਾ ਜਵਾਬ ਦਿੱਤਾ ਹੈ। ਇਹ ਜ਼ਬਰਦਸਤੀ, ਸਮੇਂ ਸਿਰ ਅਤੇ ਇੱਕੋ ਇੱਕ ਸਹੀ ਫੈਸਲਾ ਸੀ। ਕੈਨੇਡਾ ਦੇ ਮਿਸੀਸਾਗਾ ਸ਼ਹਿਰ ਦਾ ਸਤਨਾਮ ਸਿੰਘ ਬਨਵੈਤ ਰਾਤੋਂ-ਰਾਤ $2.5 ਲੱਖ ਦਾ ਮਾਲਕ ਬਣ ਗਿਆ ਜਦੋਂ ਲੋਟੋ ਮੈਕਸ ਡਰਾ ਦੇ $10 ਲੱਖ ਦੇ ਨਾਮ ਵਿੱਚੋਂ ਚੌਥਾ ਹਿੱਸਾ ਉਸ ਦੀ ਜੇਬ ਵਿੱਚ ਆ ਗਿਆ। ਸਤਨਾਮ ਸਿੰਘ ਬਨਵੈਤ ਨੇ ਦੱਸਿਆ ਕਿ 1987 ਤੋਂ ਲੋਟਰੀ ਖਰੀਦ ਰਿਹਾ ਹੈ ਤੇ 4 ਸਾਲ ਵਿੱਚ ਦੂਜੀ ਵਾਰ ਇਨਾਮ ਨਿਕਲਿਆ ਹੈ। 4 ਸਾਲ ਪਹਿਲਾਂ ਸਤਨਾਮ ਸਿੰਘ ਬਨਵੈਤ ਨੇ $10,000 ਦਾ ਇਨਾਮ ਜਿੱਤਿਆ ਸੀ, ਪਰ ਇਸ ਵਾਰ ਮਿਲੀ ਰਕਮ ਨਾਲ ਉਹ ਆਪਣੇ ਟੋਰਾਂਟੋ ਸਥਿਤ OLG ਪ੍ਰਾਈਜ਼ ਸੈਂਟਰ ਵਿਖੇ ਪੁੱਜੇ। ਸਤਨਾਮ ਸਿੰਘ ਬਨਵੈਤ ਨੇ ਕਿਹਾ ਕਿ ਉਹ ਇੱਕ ਵਾਰ ਫਿਰ ਲੋਟਰੀ ਜਿੱਤਣਾ ਚਾਹੁੰਦੇ ਨੇ ਤੇ ਅਗਲੀ ਵਾਰ ਜੈਕਪਾਟ ਨਿਕਲ ਆਇਆ ਤਾਂ ਜ਼ਿੰਦਗੀ ਬਦਲ ਜਾਏਗੀ। ਸਾਲ 2022 ਦੇ 130 ਦਿਨ ਬੀਤਣ ਤੱਕ ਟੋਰਾਂਟੋ ਇਲਾਕੇ 'ਚੋਂ ਹੀ ਵੱਖ-ਵੱਖ ਅਪਰਾਧਕ ਮਾਮਲਿਆਂ 'ਚ 80 ਤੋਂ ਵੱਧ ਪੰਜਾਬੀ ਮੂਲ ਦੇ ਸ਼ੱਕੀਆਂ ਦੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ, ਜਿਸ ਵਿੱਚ ਬੀਤੇ ਦਿਨ ਬਰੈਂਪਟਨ ਵਾਸੀ ਰਵਿੰਦਰਪਾਲ ਸੇਖੋ ਵੀ ਸ਼ਾਮਲ ਹੈ। ontario ਪ੍ਰੋਵਿੰਸ਼ੀਅਲ ਪੁਲਿਸ ਨੇ ਰਵਿੰਦਰਪਾਲ ਨੂੰ ਬਰੈਂਪਟਨ ਤੋਂ ਲਗਭਗ 1000 ਕਿਲੋਮੀਟਰ ਉੱਤਰ ਵੱਲ ਸਥਿਤ ਡੋਵਰਵਿਲ ਨਾਮਕ ਕਸਬੇ 'ਚ ਇੱਕ ਕਾਰੋਬਾਰ ਤੋਂ ਗ੍ਰਿਫਤਾਰ ਕਰਕੇ ਚਾਰਜ ਕਰਨ ਦਾ ਦਾਅਵਾ ਕੀਤਾ ਹੈ। ਉਸ ਤੋਂ ਹੈਰੋਇਨ ਅਤੇ ਰਸਾਇਣਕ ਨਸ਼ਾ ਫੜਿਆ ਗਿਆ ਹੈ। ਜਹਾਜ਼ਾਂ ਦੀ ਉਡਾਣ ਦੇ ਨਿਯਮਾਂ ਅਨੁਸਾਰ ਹਵਾਬਾਜ਼ੀ ਮੰਤਰਾਲੇ ਵੱਲੋਂ ਲਗਾਤਾਰ ਸਖਤੀ ਵਰਤੀ ਜਾ ਰਹੀ ਹੈ, ਫਿਰ ਵੀ ਉਲੰਘਣਾ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ। ਇਸ ਵਿੱਚ DGCA ਨੇ ਮੰਗਲਵਾਰ ਨੂੰ ਕਿਹਾ ਕਿ 9 ਪਾਇਲਟ ਅਤੇ ਚਾਲਕ ਦਲ ਦੇ 32 ਮੈਂਬਰ 1 ਜਨਵਰੀ ਤੋਂ ਲੈ ਕੇ 30 ਅਪ੍ਰੈਲ ਦੌਰਾਨ ਉਡਾਣ ਤੋਂ ਪਹਿਲਾਂ ਕੀਤੇ ਜਾਣ ਵਾਲੇ ਅਲਕੋਹਲ ਟੈਸਟ ਵਿੱਚ
ਫੜੇ ਗਏ ਨੇ। ਉਹਨਾਂ ਵਿੱਚੋਂ 2 ਪਾਇਲਟ ਅਤੇ ਚਾਲਕ ਦਲ ਦੇ 2 ਮੈਂਬਰਾਂ ਨੂੰ ਜਾਂਚ ਵਿੱਚ ਦੂਸਰੀ ਵਾਰ ਅਸਫਲ ਰਹਿਣ ਲਈ 3 ਸਾਲ ਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਬਾਕੀ ਦੇ ਰਹਿੰਦੇ 7 ਪਾਇਲਟਾਂ ਅਤੇ ਚਾਲਕ ਦਲ ਦੇ 30 ਮੈਂਬਰਾਂ ਨੂੰ 3 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਕਿਉਂਕਿ ਉਹ ਪਹਿਲੀ ਵਾਰ ਜਾਂਚ ਵਿੱਚ ਪੋਜ਼ਿਟਿਵ ਪਾਏ ਗਏ ਸਨ। ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਦੇ ਰੱਖਿਆ ਮੰਤਰਾਲੇ ਨੇ ਫੌਜ, ਹਵਾਈ ਸੈਨਾ ਤੇ ਜਲ ਸੈਨਾ ਦੇ ਕਰਮਚਾਰੀਆਂ ਨੂੰ ਜਨਤਕ ਜਾਇਦਾਦ ਨੂੰ ਲੁੱਟਣ ਵਾਲੇ ਜਾਂ ਨਾਗਰਿਕਾਂ ਨੂੰ ਜ਼ਖਮੀ ਕਰਨ ਵਾਲੇ ਕਿਸੇ ਵੀ ਦੰਗਾਕਾਰੀ ਨੂੰ ਗੋਲੀ ਮਾਰਨ ਦੇ ਹੁਕਮ ਜਾਰੀ ਕੀਤੇ ਨੇ। ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਵੱਲੋਂ ਲੋਕਾਂ ਨੂੰ ਹਿੰਸਾ ਤੇ ਬਦਲਖੋਰੀ ਦੀਆਂ ਕਾਰਵਾਈਆਂ ਬੰਦ ਕਰਨ ਦੀ ਅਪੀਲ ਕਰਨ ਤੋਂ ਬਾਅਦ ਇਹ ਹੁਕਮ ਆਇਆ। ਪਿਛਲੇ ਕੁਝ ਦਿਨਾਂ ਤੋਂ ਸ੍ਰੀਲੰਕਾ ਸਰਕਾਰ ਦੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਿਆ ਹੈ, ਜਿਸ ਦੇ ਨਤੀਜੇ ਵਜੋਂ ਪ੍ਰਦਰਸ਼ਨ ਸਥਾਨਾਂ ਤੇ ਤਾਇਨਾਤ ਸੁਰੱਖਿਆ ਬਲਾਂ ਨਾਲ ਝੜਪਾਂ 'ਚ ਵਾਧਾ ਹੋਇਆ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ 3 ਬਲਾਂ ਨੂੰ ਜਨਤਕ ਸੰਪਤੀ ਨੂੰ ਲੁੱਟਣ ਵਾਲੇ ਜਾਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਿਸੇ ਵੀ ਵਿਅਕਤੀ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਹੈ। WHO यानी कि विश्व सेहत संगठन ने अल्कोहल ते काबू पाने लई कौमांतरी सहयोग ते जोर दिंदे होए कहा कि शराब पीण नाल हर 10 सैकंड विच एक व्यक्ति की मौत हो रही है अते संबंधित कंपनियां नौजवानों ते नशे दे आदी लोकां नूं निशाना बना रही ने। दुनिया की नौजवान ते बददी आबादी वाले खेतर अफ्रीका ते लैटिन अमेरिका नूं खास तौर ते टीचा बनाया जा रहा है। शराब की बाजार तकनीकां ते जारी एक नवी रिपोर्ट विच विश्व सेहत संगठन ने कहा कि पूरी दुनिया च हर साल 30 लाख लोग शराब के हानिकारक इस्तेमाल के नतीजे वजों मारे जाते हैं। पूरी दुनिया च हर साल कुल मौतों चों 5% मौत अल्कोहल का सेवन करन नाल हुंदी है। अल्कोहल नाल संबंधित मौतों विच नौजवानों का अनुपात 13.5% है। इन्हां दी उम्र 20 तो 39 साल दे विच है। मौतां कैंसर, लीवर ते होर सरीरक तकलीफां ते सड़क हादसिਆਂ नाल हुंदियां ने। WHO ने कहा कि अल्कोहल की ऑनलाइन मार्केटिंग तकनीकां लई असरदार रैगूलेटरी की लोड़ है। मोहाली के सैक्टर 77 स्थित पंजाब पुलिस के खुफिया विभाग के हैडकुआटर से रॉकेट प्रॉप लोड ग्रैनाइट हमले के मामले में फरीदकोट पुलिस ने तरनतारन जिले के पिंड कुला के वसनीक निशान सिंह नूं गिरफ्तार करके मोहाली पुलिस के हवाले कर दिता। बम धमाके के मामले में निशान सिंह की गिरफ्तारी पुलिस लिए वड्डी कामयाबी है। इस गंभीर मुद्दे ते पंजाब भर ਦੀਆਂ सारियां सुरक्षा एजेंसियां अलर्ट ते ने। अजिहे फरीदकोट के CIA स्टाफ भी इस घटना की जांच में जुट गया है ते निशान सिंह नूं अमृतसर तो शक के आधार ते गिरफ्तार कर लिया। मुढ़ली पुछगिछ तो बाद निशान सिंह नूं CIA स्टाफ फरीदकोट तो मोहाली लै गया। निशान सिंह खिलाफ तरनतारन, अमृतसर, फरीदकोट, मोगा, गुरदासपुर जिलों में स्नैचिंग, नशा तस्करी होर अपराधों के केस दर्ज ने। निशान सिंह भी फरीदकोट जेल में बंद है। निशान सिंह नूं उसके पिछले अपराधक रिकॉर्ड समेत पुलिस नूं मिले कुछ इनपुट्स के आधार पर CIA ने फरीदकोट ने अमृतसर तो गिरफ्तार किया है। कनेडा के सब तो वड्डे शहर टोरंटो ने 2 सालों तो बाद समय बाद कोविड-19 विरुद्ध म्यूनसिपल एमरजेंसी नूं रस्मी तौर पर खत्म कर दिता। समाचार एजेंसी शिन्हुआ की रिपोर्ट मुताबक टोरंटो के मेयर जॉन टोरी ने सोमवार नूं म्यूनसिपल एमरजेंसी नूं खत्म करने लई एक अधिकारित घोषणा की, जो कि कोविड-19 महामारी के जवाब विच पहली बार 23 मार्च 2020 नूं घोषित की गई सी। टोरी ने एक बयान में कहा कि हालांकि सिटी ऑफ टोरंटो हुण कोविड-19 नाल नजिठण लई एमरजेंसी घोषणा के तहत काम नहीं कर रहा है, फिर भी लोगों को टीकाकरण करवाउण अते आर्थिक सुधार की अगवाई करने लई साडा काम जारी है। बयान में अगे कहा गया है कि वायरस कारण गंभीर बीमारियां ते हस्पताल में दाखिल होने तो बचाउण लई टीकाकरण इकलौता सब तो वधिया साधन है। 2.9 मिलियन तो वध लोगों ने घर टोरंटो में कोविड-19 के 3,12,996 केसां की पुष्टि हुई है ते 4,02,034 मौतां होईयां ने अते शहर में 7 मिलियन तो वध टीकाकरण दीआं खुराकां दित्तियां गईयां ने। ਇਹ ਸਨ ਹੁਣ तक ਦੀਆਂ ਖਬਰਾਂ। ਮੈਨੂੰ ਵरुण ਕੌਰ ਮਾਨੂ ਦਿਓ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।